ਹੋਮੋਪੈਥਿਕ ਇਲਾਜ ਇੱਕ ਸਾਇੰਟੀਫਿਕ ਇਲਾਜ ਹੈ ਜਿਹੜਾ ਜਰਮਨ ਦੇ ਡਾਕਟਰ ਹਨੀਮਨ ਨੇ ਇਜਾਦ ਕੀਤਾ ਸੀਗਾ। ਉਹਦੇ ਵਿੱਚ ਅਸੀਂ ਇੱਕ ਬੁਖਾਰ ਡੇਂਗੂ ਬੁਖਾਰ ਤੋਂ ਲੈ ਕੇ ਕੈਂਸਰ ਤੱਕ ਦਾ ਵੀ ਇਲਾਜ ਕਰ ਸਕਦੇ ਹਾਂ। ਇਹਦੇ ਵਿੱਚ ਭਾਵੇਂ ਕਿਡਨੀ ਦੇ ਰੋਗ ਹੋਣ, ਭਾਵੇਂ ਸਟੋਨ ਹੋਣ, ਭਾਵੇਂ ਗੁਰਦੇ 'ਚ ਪੱਥਰੀ ਹੋਵੇ, ਭਾਵੇਂ ਪਿੱਤੇ 'ਚ ਪੱਥਰੀ ਹੋਵੇ, ਚਾਹੇ ਟਾਈਫਾਇਡ ਬੁਖਾਰ ਹੋਵੇ, ਚਾਹੇ ਡੇਂਗੂ ਬੁਖਾਰ ਹੋਵੇ, ਇਹ ਜਿੰਨੀਆਂ ਵੀ ਬਿਮਾਰੀਆਂ ਨੇ ਇਹ ਤੁਰੰਤ ਇਹਦਾ ਇਲਾਜ ਹੁੰਦਾ ਹੈ, ਤੁਰੰਤ ਹੀ ਮਰੀਜ਼ ਠੀਕ ਹੋ ਜਾਂਦਾ। ਇੱਥੋਂ ਤੱਕ ਕਿ ਕਈ ਨਿਸੰਤਾਨ ਜੋੜਿਆਂ ਨੂੰ ਵੀ ਔਲਾਦ ਵੀ ਹੋ ਜਾਂਦੀ ਹੈ। ਇਹਦੇ ਵਿੱਚ ਇਲਾਜ ਜੜ੍ਹ ਤੋਂ ਹੋ ਜਾਂਦਾ। ਇਹ ਮਿੱਠੀਆਂ ਗੋਲੀਆਂ ਨਾ ਇਹਨੂੰ ਕਿਹਾ ਜਾਂਦਾ ਵਾਹੀਕਲ। ਇਹਦੇ ਥਰੂ ਅਸੀਂ ਦਵਾਈ ਜਿਹੜੀ ਹੈਗੀ ਹੈ, ਸਾਡੇ ਕੋਲ ਲਿਕੁਇਡ ਦਵਾਈ ਹੁੰਦੀ ਹੈ, ਵਿੱਚ ਪਾ ਕੇ ਅਸੀਂ ਫਿਰ ਉਹ ਦਵਾਈ ਤਿਆਰ ਕਰਦੇ ਹਾਂ। ਹੋਮੋਪੈਥਿਕ ਦੇ ਵਿੱਚ ਹਰੇਕ ਬਿਮਾਰੀ ਦਾ ਜਿਹੜਾ ਇਲਾਜ ਹੈਗਾ ਉਹ ਸੰਭਵ ਹੈਗਾ, ਕਿਉਂਕਿ ਸਿਆਣਿਆਂ ਦਾ ਕਹਿਣਾ ਹੈਗਾ, ਬਜ਼ੁਰਗਾਂ ਦਾ ਕਹਿਣਾ ਹੈਗਾ ਕਿ ਜੇ ਦਵਾਈ ਖਾਣ ਦੇ ਨਾਲ ਫਰਕ ਨਹੀਂ ਪਿਆ ਤਾਂ ਨੁਕਸਾਨ ਵੀ ਨਹੀਂ ਹੋਵੇਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ। ਮੈਂ ਹਾਂ ਗੁਰਮੀਤ ਰਾਜਾ ਅੰਮ੍ਰਿਤਸਰ ਤੋਂ। ਅੱਜ ਅਸੀਂ ਪਹੁੰਚੇ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਦੇ ਕੈਂਪ ਦੇ ਵਿੱਚ, ਜਿੱਥੇ ਕਿ ਇੱਕ ਹੋਮੋਪੈਥੀ ਜਿਹੜਾ ਕੈਂਪ ਇਹਨਾਂ ਵੱਲੋਂ ਹੈਗਾ, ਸੰਸਥਾ ਵੱਲੋਂ ਲਗਾਇਆ ਗਿਆ ਹੈਗਾ। ਹੋਮੋਪੈਥੀ ਦੀ ਆਪਾਂ ਗੱਲ ਕਰੀਏ ਕਿ ਹੋਮੋਪੈਥਿਕ ਦੇ ਵਿੱਚ ਹਰੇਕ ਬਿਮਾਰੀ ਦਾ ਜਿਹੜਾ ਇਲਾਜ ਹੈਗਾ ਉਹ ਸੰਭਵ ਹੈਗਾ, ਕਿਉਂਕਿ ਸਿਆਣਿਆਂ ਦਾ ਕਹਿਣਾ ਹੈਗਾ, ਬਜ਼ੁਰਗਾਂ ਦਾ ਕਹਿਣਾ ਹੈਗਾ ਕਿ ਜੇ ਦਵਾਈ ਖਾਣ ਦੇ ਨਾਲ ਫਰਕ ਨਹੀਂ ਪਿਆ ਤਾਂ ਨੁਕਸਾਨ ਵੀ ਨਹੀਂ ਹੋਵੇਗਾ, ਕਿਉਂਕਿ ਹੋਮੋਪੈਥੀ ਜਿਹੜੀ ਮੈਡੀਸਿਨ ਹੈਗੀ ਆ ਸਦੀਆਂ ਤੋਂ ਚੱਲਦੀ ਆ ਰਹੀ ਹੈਗੀ ਆ। ਕਿ ਜੇ ਆਪਾਂ ਗੱਲ ਕਰੀਏ ਐਲੋਪੈਥੀ ਦੀ, ਐਲੋਪੈਥੀ ਦੇ ਵਿੱਚ ਜੇ ਜ਼ਰੂਰਤ ਦੇ ਹਿਸਾਬ ਦੇ ਨਾਲ, ਲੋੜ ਦੇ ਹਿਸਾਬ ਨਾਲ ਸਾਨੂੰ ਉਹਦੀ ਅਸੀਂ ਆਦੀ ਜ਼ਰੂਰ ਹੈਗੇ ਆ, ਲੇਕਿਨ ਕਿਤੇ ਨਾ ਕਿਤੇ ਜਿਹੜੇ ਹੈਗੇ ਉਹਦੇ ਨੁਕਸਾਨ ਸਾਨੂੰ ਦੇਖਣ ਨੂੰ ਉਹ ਅਕਸਰ ਮਿਲਦੇ ਹੈਗੇ ਆ। ਲੇਕਿਨ ਜੇ ਆਪਾਂ ਹੋਮੋਪੈਥਿਕ ਦੀ ਗੱਲ ਕਰੀਏ ਤੇ ਹੋਮੋਪੈਥਿਕ ਮੈਡੀਸਿਨ ਦਾ ਕੋਈ ਵੀ ਜਿਹੜਾ ਨੁਕਸਾਨ ਉਹ ਦੇਖਣ ਨੂੰ ਨਹੀਂ ਮਿਲਦਾ, ਕਿਉਂਕਿ ਇਹ ਮੈਂ ਨਹੀਂ ਕਹਿੰਦਾ, ਸਾਡੇ ਬਜ਼ੁਰਗ ਕਹਿੰਦੇ ਹੈਗੇ ਨੇ, ਪੁਰਾਣੇ ਸਮੇਂ ਦੇ ਜਿਹੜੇ ਲੋਕ ਹੈਗੇ ਉਹ ਕਹਿੰਦੇ ਹੈਗੇ ਨੇ, ਉਹ ਡਾਕਟਰ ਵੀ ਕਹਿੰਦੇ ਹੈਗੇ ਨੇ ਕਿ ਜੇ ਤੁਹਾਨੂੰ ਹੋਮੋਪੈਥਿਕ ਦੇ ਨਾਲ ਦਵਾਈ ਦੇ ਨਾਲ ਫਾਇਦਾ ਨਹੀਂ ਹੋਇਆ ਤੇ ਨੁਕਸਾਨ ਵੀ ਨਹੀਂ ਹੋਏਗਾ। ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਅਵਤਾਰ ਸਿੰਘ ਆਹੂਜਾ ਜੀ ਨਾਲ, ਜਿਹੜੇ ਕਿ ਹੋਮੋਪੈਥਿਕ ਡਾਕਟਰ ਹੈਗੇ ਨੇ, ਔਰ ਉਹਨਾਂ ਨਾਲ ਜਾਣਦੇ ਆ ਜੀ ਜਿਹੜੀ ਪੈਥੀ ਹੈਗੀ ਹੈ ਇਹਦੇ ਨਾਲ ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਆ ਔਰ ਕਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ। ਕਿਉਂਕਿ ਅਕਸਰ ਜੇ ਆਪਾਂ ਗੱਲ ਕਰੀਏ ਤੇ ਇੱਕ ਸਭ ਤੋਂ ਪਹਿਲਾਂ ਹੋਮੋਪੈਥਿਕ ਦੀ ਨਾਂ ਲੈਂਦੇ ਸਾਨੂੰ ਇੱਕ ਦਿਮਾਗ ਦੇ ਜ਼ਹਿਨ ਦੇ ਵਿੱਚ ਇੱਕ ਗੱਲ ਆ ਜਾਂਦੀ ਆ ਕਿ ਜਰਮਨੀ ਦੀ ਦਵਾਈ ਜਿਹੜੀ ਹੁੰਦੀ ਆ, ਕਿ ਨਾਲ ਦੇ ਨਾਲ ਇੰਡੀਅਨ ਦਵਾਈ ਵੀ ਉਹ ਸਾਡੇ ਜ਼ਹਿਨ ਦੇ ਸਭ ਤੋਂ ਪਹਿਲਾਂ ਆਉਂਦੀ ਹੈ। ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕਿਹੜੀ ਦਵਾਈ ਵਰਤਦੇ ਨੇ ਔਰ ਕਿਹੜੀ ਬਿਮਾਰੀਆਂ ਦਾ ਇਲਾਜ ਉਹ ਕਰਦੇ ਗਏ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਂਝਾ ਪੰਜਾਬ ਟੀਵੀ ਤੁਹਾਡਾ ਸਵਾਗਤ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਹੋਮੋਪੈਥਿਕ ਬਾਰੇ ਥੋੜੀ ਜਾਣਕਾਰੀ ਦਿਓ, ਜੋ ਕੀ ਹੁੰਦਾ ਜੀ? ਨਿੱਕੀ ਗੋਲੀਆਂ ਤੁਸੀਂ ਉਹਦੇ ਉੱਤੇ ਕੀ ਪਾਉਂਦੇ ਹੋ, ਕੀ ਜੋ ਇਸ ਬਾਰੇ ਜਾਣਕਾਰੀ ਦਿਓ। ਦੇਖੋ, ਹੋਮੋਪੈਥਿਕ ਇਲਾਜ ਇੱਕ ਸਾਇੰਟੀਫਿਕ ਇਲਾਜ ਹੈ ਜਿਹੜਾ ਜਰਮਨ ਦੇ ਡਾਕਟਰ ਹਨੀਮਨ ਨੇ ਇਜਾਦ ਕੀਤਾ ਸੀਗਾ। ਉਹਨੇ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ ਇਹ ਇਲਾਜ। ਅਸੀਂ ਸਾਇੰਟੀਫਿਕ ਤਰੀਕੇ ਨਾਲ ਜੋ ਹੋਮੋਪੈਥੀ ਦੇ ਪ੍ਰਿੰਸੀਪਲ ਨੇ, ਜੋ ਉਹਨਾਂ ਦੇ ਰੂਲ ਰੈਗੂਲੇਸ਼ਨ ਨੇ, ਉਹਦੇ ਮੁਤਾਬਕ ਅਸੀਂ ਦਵਾਈ ਦਿੰਦੇ ਹਾਂ। ਉਹਦੇ ਵਿੱਚ ਅਸੀਂ ਇੱਕ ਬੁਖਾਰ ਡੇਂਗੂ ਬੁਖਾਰ ਤੋਂ ਲੈ ਕੇ ਕੈਂਸਰ ਤੱਕ ਦਾ ਵੀ ਇਲਾਜ ਕਰ ਸਕਦੇ ਹਾਂ। ਉਹ ਨਿਰਭਰ ਕਰਦਾ ਹੈ ਡਾਕਟਰ 'ਤੇ। ਡਾਕਟਰ ਦਵਾਈ ਕਿਸ ਤਰ੍ਹਾਂ ਸਿਲੈਕਟ ਕਰਦਾ ਹੈ, ਉਹ ਕਿਸ ਤਰ੍ਹਾਂ ਦਵਾਈ ਉਹ ਦਿੰਦਾ ਹੈ, ਉਹਦੀ ਕਿੰਨੀ ਪੋਟੈਂਸੀ ਹੈ, ਉਹਦੀ ਕਿੰਨੀ ਡੋਜ਼ ਹੈ, ਉਹਦੇ ਮੁਤਾਬਕ ਹੀ ਮਰੀਜ਼ ਜਿਹੜਾ ਹੈਗਾ ਤੰਦਰੁਸਤ ਹੋ ਜਾਂਦਾ ਹੈ। ਜੇ ਉਹਦੇ ਵਿੱਚ ਡਾਕਟਰ ਕੋਲ ਛੋਟੀ ਜਿਹੀ ਵੀ ਗਲਤੀ ਹੋ ਜਾਂਦੀ ਹੈ ਪਰ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਸ ਕਰਕੇ ਦਵਾਈ ਕਈ ਵਾਰੀ ਕੀ ਹੁੰਦੀ ਹੈ, ਬੇਅਸਰ ਹੋ ਜਾਂਦੀ ਹੈ। ਜੇ ਦਵਾਈ ਸਹੀ ਸਿਲੈਕਟ ਕਰਾਂਗੇ ਫਿਰ ਉਹ ਦਵਾਈ ਅਸਰਦਾਰ ਰਹੇਗੀ, ਉਹਦੇ ਨਾਲ ਮਰੀਜ਼ ਠੀਕ ਹੋ ਜਾਂਦਾ ਹੈ। ਮੈਡੀਸਿਨ ਦੀ ਗੱਲ ਕਰੀਏ ਆਪਾਂ, ਹੋਮੋਪੈਥੀ ਜਿਹੜੀ ਮੈਡੀਸਿਨ ਹੈਗੀ ਹੈ ਜਰਮਨੀ ਦੀ ਦਵਾਈ ਵਰਤਦੇ ਹਾਂ ਜਾਂ ਇੰਡੀਅਨ ਵਰਤਦੇ ਹਾਂ, ਦੋਵਾਂ ਦੇ ਨਾਲ ਹੀ ਆਪਾਂ ਜਿਹੜਾ ਲੋਕਾਂ ਦਾ ਇਲਾਜ ਕਰਦੇ ਹਾਂ। ਦੇਖੋ, ਅਸੀਂ ਦਵਾਈ ਚਾਹੇ ਇੰਡੀਅਨ ਵਰਤੀਏ ਚਾਹੇ ਜਰਮਨ ਵਰਤੀਏ, ਦਵਾਈ ਸਹੀ ਹੋਣੀ ਚਾਹੀਦੀ ਹੈ। ਡਾਕਟਰ ਦਾ ਡਾਇਗਨੋਜ਼ ਸਹੀ ਹੋਣਾ ਚਾਹੀਦਾ ਹੈ। ਦਵਾਈ ਤੁਰੰਤ ਅਸਰ ਕਰਦੀ ਹੈ। ਇੱਕ ਇਹ ਭਰਮ ਹੈਗਾ ਕਿ ਦਵਾਈ ਹੋਮੋਪੈਥੀ ਹੌਲੀ ਅਸਰ ਕਰਦੀ ਹੈ। ਇਹ ਜ਼ਰੂਰੀ ਨਹੀਂ ਹੈ ਹੌਲੀ ਅਸਰ ਕਰੇ। ਇਹ ਦਵਾਈ ਦਾ ਪਹਿਲੇ ਦਿਨ ਪਹਿਲੀ ਡੋਜ਼ ਵਿੱਚ ਵੀ ਅਸਰ ਹੋ ਸਕਦਾ ਹੈ। ਜੇ ਦਵਾਈ ਸਹੀ ਹੋਵੇ ਮਰੀਜ਼ ਤੁਰੰਤ ਇਲਾਜ ਹੁੰਦਾ ਹੈ। ਇਹਦੇ ਵਿੱਚ ਭਾਵੇਂ ਕਿਡਨੀ ਦੇ ਰੋਗ ਹੋਣ, ਭਾਵੇਂ ਸਟੋਨ ਹੋਣ, ਭਾਵੇਂ ਗੁਰਦੇ 'ਚ ਪੱਥਰੀ ਹੋਵੇ, ਭਾਵੇਂ ਪਿੱਤੇ 'ਚ ਪੱਥਰੀ ਹੋਵੇ, ਚਾਹੇ ਟਾਈਫਾਇਡ ਬੁਖਾਰ ਹੋਵੇ, ਚਾਹੇ ਡੇਂਗੂ ਬੁਖਾਰ ਹੋਵੇ, ਇਹ ਜਿੰਨੀਆਂ ਵੀ ਬਿਮਾਰੀਆਂ ਨੇ ਇਹ ਤੁਰੰਤ ਇਹਦਾ ਇਲਾਜ ਹੁੰਦਾ ਹੈ, ਤੁਰੰਤ ਹੀ ਮਰੀਜ਼ ਠੀਕ ਹੋ ਜਾਂਦਾ ਹੈ। ਡਾਕਟਰ ਸਾਹਿਬ ਆਮ ਲੋਕਾਂ ਦੇ ਇੱਕ ਧਾਰਨਾ ਬਣੀ ਹੈਗੀ ਜਿਹੜਾ ਹੋਮੋਪੈਥਿਕ ਇਲਾਜ ਬੜਾ ਲੰਬਾ ਹੁੰਦਾ ਆ, ਤਕਰੀਬਨ 6 ਮਹੀਨੇ ਸਾਲ 1.5 ਸਾਲ ਦਵਾਈ ਖਾਣੀ ਪੈਂਦੀ ਹੈ। ਕਿੰਨੀ ਕਿਸ ਗੱਲ 'ਚ ਸੱਚਾਈ ਹੈਗੀ? ਦੇਖੋ, ਜਿੰਨਾ ਰੋਗ ਪੁਰਾਣਾ ਹੋਏਗਾ ਉਨਾ ਹੀ ਲੰਬਾ ਇਲਾਜ ਇਹਦੇ 'ਚ ਹੁੰਦਾ ਹੈ। ਜੇ ਰੋਗ ਹੁਣੇ ਹੋਇਆ ਹੈ, ਮੰਨ ਲਓ ਕਿਸੇ ਨੂੰ ਡੇਂਗੂ ਬੁਖਾਰ ਹੋਇਆ ਹੈ
ਹੋਮੋਪੈਥੀ ਦਵਾਈ ਨਾਲ 3 ਦਿਨਾਂ 'ਚ ਹੀ ਡੇਂਗੂ ਬੁਖਾਰ ਠੀਕ ਹੋ ਜਾਂਦਾ ਹੈ, ਨਾਲੇ ਕੋਈ ਪਲੇਟਲੈਟ ਸੈੱਲ ਨਹੀਂ ਘਟਣ ਦਿੰਦਾ, ਨਾਲੇ ਦਵਾਈ ਵੀ ਸਸਤੀ ਹੈ ਅਤੇ ਇਲਾਜ ਵੀ ਕਾਰਗਰ ਹੈ। ਕਿਹੜੀ ਬਿਮਾਰੀ ਦਾ ਜਿਹੜਾ ਇਲਾਜ ਜਿਹੜਾ ਹੋਮੋਪੈਥਿਕ ਵਿੱਚ ਸੰਭਵ ਹੈਗਾ ਆ? ਕਿਉਂਕਿ ਜੇ ਆਪਾਂ ਐਲੋਪੈਥੀ ਦੀ ਗੱਲ ਕਰੀਏ ਤੇ ਉਹ ਤਾਂ ਸਿਰਫ ਇੱਕ ਕੰਮ ਚਲਾਓ ਦਵਾਈ ਬਣ ਜਾਂਦੀ ਨਾ, ਕਿ ਹੋਮੋਪੈਥੀ ਸਦੀਆਂ ਤੋਂ ਚੱਲਦੀ ਆਈ। ਇਹਦੇ ਵਿੱਚ ਕੀ ਆਪਾਂ ਸਮਝ ਸਕਦੇ ਹਾਂ ਕਿ ਹਰੇਕ ਬਿਮਾਰੀ ਦਾ ਇਲਾਜ ਜੜ੍ਹ ਤੋਂ ਹੈਗਾ ਆ? ਇਹਦੇ ਵਿੱਚ ਇਲਾਜ ਜੜ੍ਹ ਤੋਂ ਹੋ ਜਾਂਦਾ ਹੈ। ਇਹਦੇ ਵਿੱਚ ਚਾਹੇ ਕਿਸੇ ਤਰ੍ਹਾਂ ਦਾ ਕੋਈ ਟਿਊਮਰ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਕੋਈ ਸਟੋਨ ਹੋਵੇ, ਇੱਥੋਂ ਤੱਕ ਕਿ ਕਈ ਨਿਸੰਤਾਨ ਜੋੜਿਆਂ ਨੂੰ ਵੀ ਔਲਾਦ ਵੀ ਹੋ ਜਾਂਦੀ ਹੈ। ਇਹ ਡਿਪੈਂਡ ਕਰਦਾ ਡਾਕਟਰ 'ਤੇ। ਜਿਹੜਾ ਡਾਕਟਰ ਸਿਆਣਾ ਹੈ, ਪੜ੍ਹਿਆ ਲਿਖਿਆ ਹੈ, ਕੁਆਲੀਫਾਈਡ ਹੈ, ਉਹ ਇਸ ਇਲਾਜ ਨੂੰ ਸਹੀ ਕਰ ਸਕਦਾ ਹੈ। ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਕਿ ਲੋਕਾਂ ਨੂੰ ਸ਼ੂਗਰ BP ਘਰ ਹੋ ਚੁੱਕਾ ਆ, ਇਹਦਾ ਇਲਾਜ ਜਿਹੜਾ ਦਵਾਈ ਮੈਡੀਸਿਨ ਇਹ ਵੀ ਖਾਣੀ ਪਏਗੀ ਐਲੋਪੈਥੀ ਵਾਂਗ, ਕਿ ਜਾਂ ਪਰਹੇਜ਼ ਕਰਕੇ ਜਾਂ ਕੁਛ ਹੋਮੋਪੈਥੀ ਖਾ ਕੇ ਉਹਦਾ ਇਲਾਜ ਸੰਭਵ ਬਾਬਾ ਕਰ ਸਕਦੇ ਕਿ? ਦੇਖੋ, ਐਲੋਪੈਥੀ ਦੇ ਵਿੱਚ ਜੇ ਆਪਾਂ ਸੋਚੀਏ ਤਾਂ ਇਹ ਸਾਰੀ ਉਮਰ ਦਵਾਈਆਂ ਖਾਣੀਆਂ ਪੈਂਦੀਆਂ। ਹੋਮੋਪੈਥੀ ਦੇ ਵਿੱਚ ਇਲਾਜ ਜਿਹੜਾ ਹੈਗਾ, ਚਾਹੇ ਸ਼ੂਗਰ ਦਾ ਹੋਵੇ, BP ਦਾ ਹੋਵੇ, ਇਹ ਤਕਰੀਬਨ ਸਾਲ ਤੋਂ ਲੈ ਕੇ 3 ਸਾਲ ਤੱਕ ਦਵਾਈ ਖਾਣੀ ਪੈਂਦੀ ਹੈ। ਇਹ ਪੱਕੇ ਤੌਰ 'ਤੇ ਠੀਕ ਹੋ ਜਾਂਦਾ ਹੈ। ਸ਼ੂਗਰ ਦਾ ਮਰੀਜ਼ ਪੱਕੇ ਤੌਰ 'ਤੇ ਆਪਣਾ ਆਰਾਮ ਨਾਲ ਖੰਡ ਵਾਲੀਆਂ ਚੀਜ਼ਾਂ ਵੀ ਖਾ ਸਕਦਾ ਹੈ। BP ਵਾਲਾ ਆਪਣਾ ਜੋ ਵੀ ਘਿਓ ਜਾਂ ਹੋਰ ਕੋਈ ਚੀਜ਼ ਖਾ ਸਕਦਾ ਹੈ, ਉਹਦਾ ਕੋਲੈਸਟਰੋਲ ਲੈਵਲ ਵੀ ਠੀਕ ਹੋ ਜਾਂਦਾ ਹੈ। ਹੋਮੋਪੈਥੀ ਇੱਕ ਸਾਇੰਟੀਫਿਕ ਇਲਾਜ ਹੈ ਅਤੇ ਇਹਨੂੰ ਸਾਇੰਟੀਫਿਕ ਤਰੀਕੇ ਨਾਲ ਹੀ ਪੇਸ਼ੈਂਟ ਨੂੰ ਅਸੀਂ ਠੀਕ ਕਰਦੇ ਹਾਂ। ਉਹ ਪੂਰੇ ਅਸੀਂ ਸਿੰਪਟਮ ਲੈਂਦੇ ਹਾਂ, ਪੂਰੀ ਬਾਡੀ ਦੇ ਸਿੰਪਟਮ ਲੈਂਦੇ ਹਾਂ, ਮਾਇੰਡ ਦੇ ਵੀ ਲੈਂਦੇ ਹਾਂ, ਫਿਜ਼ੀਕਲ ਵੀ ਇਹੀ ਲੈਂਦੇ ਹਾਂ। ਉਹ ਲੈ ਕੇ ਫਿਰ ਇੱਕ ਦਵਾਈ ਸਿਲੈਕਟ ਹੁੰਦੀ ਹੈ। ਉਹ ਦਵਾਈ ਮੁੜ ਕੇ ਸਾਰੀ ਬਾਡੀ 'ਤੇ ਇਫੈਕਟ ਕਰਦੀ ਹੈ ਅਤੇ ਪੂਰੀ ਸਾਰੇ ਜਿੰਨੇ ਵੀ ਰੋਗ ਹੁੰਦੇ ਬਾਡੀ ਦੇ, ਉਹ ਸਾਰੇ ਇੱਕੋ ਵਾਰੀ ਠੀਕ ਕਰ ਦਿੰਦੀ ਹੈ। ਡਾਕਟਰ ਸਾਹਿਬ, ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਕੋਲ ਨਿੱਕੀ ਗੋਲੀਆਂ ਹੈਗੀਆਂ, ਇਹ ਮਿੱਠੇ ਦੀ ਕੀ ਹੁੰਦੀਆਂ ਜੀ? ਕਿਉਂਕਿ ਜੇ ਅਕਸਰ ਅਸੀਂ ਵੀ ਖਾਈਏ ਤਾਂ ਮਿੱਠਾ ਬੜਾ ਲੱਗਦਾ ਹੈਗਾ ਆ, ਇਹ ਹੈ ਕਿ ਇਹ ਥੋੜ੍ਹਾ ਜਿਹਾ ਦੱਸ ਦਿਓ ਜੀ। ਦੇਖੋ, ਜਿਹੜੀਆਂ ਮਿੱਠੀਆਂ ਗੋਲੀਆਂ ਨਾ, ਇਹਨੂੰ ਕਿਹਾ ਜਾਂਦਾ ਵਾਹੀਕਲ। ਇਹਦੇ ਥਰੂ ਅਸੀਂ ਦਵਾਈ ਜਿਹੜੀ ਹੈਗੀ ਹੈ, ਸਾਡੇ ਕੋਲ ਲਿਕੁਇਡ ਦਵਾਈ ਹੁੰਦੀ ਹੈ, ਵਿੱਚ ਪਾ ਕੇ ਅਸੀਂ ਫਿਰ ਉਹ ਦਵਾਈ ਤਿਆਰ ਕਰਦੇ ਹਾਂ। ਉਹਦੇ ਨਾਲ ਕੀ ਹੈਗਾ ਹੈ ਕਿ ਇਹਦੇ ਵਿੱਚ ਇੱਕ ਪ੍ਰਿੰਸੀਪਲ ਹੈਗਾ ਕਿ ਮਿਨੀਮਮ ਡੋਜ਼, ਘੱਟ ਤੋਂ ਘੱਟ ਦਵਾਈ ਦੇਣਾ। ਐਲੋਪੈਥੀ 'ਚ ਕੀ ਹੁੰਦਾ ਹੈ ਕਿ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਈ mg ਵਿੱਚ ਦਵਾਈ ਦਿੱਤੀ ਜਾਂਦੀ ਹੈ। ਸਾਡੀ ਦਵਾਈ ਜਿਹੜੀ ਹੈਗੀ ਹੈ ਘੱਟ ਤੋਂ ਘੱਟ ਅਸੀਂ ਦੇਣੀ ਹੁੰਦੀ ਹੈ। ਇਸ ਕਰਕੇ ਅਸੀਂ ਮਿੱਠੀਆਂ ਗੋਲੀਆਂ 'ਚ ਪਾ ਕੇ ਉਹਨੂੰ ਅਸੀਂ ਦਵਾਈ ਤਿਆਰ ਕਰਦੇ ਹਾਂ। ਉਹ ਮਿੱਠੀ ਗੋਲੀ ਦਾ ਫਿਰ ਅਸਰ ਜਿਹੜਾ ਹੈਗਾ ਉਹ ਬਿਲਕੁਲ ਇਸ ਤਰ੍ਹਾਂ ਹੁੰਦਾ ਜਿਵੇਂ ਕੰਪਿਊਟਰ ਦੀ ਕਮਾਂਡ ਹੁੰਦੀ ਹੈ। ਜੇ ਕੰਪਿਊਟਰ 'ਤੇ ਕਮਾਂਡ ਦਈਏ ਤੁਰੰਤ ਉਹਦਾ ਅਸਰ ਹੁੰਦਾ ਹੈ। ਇਸੇ ਤਰ੍ਹਾਂ ਹੀ ਹੋਮੋਪੈਥੀ ਦਵਾਈ ਸਹੀ ਹੋਏਗੀ, ਉਹ ਕੰਪਿਊਟਰ ਦੀ ਕਮਾਂਡ ਵਾਂਗੂ ਬਿਲਕੁਲ ਲੱਗ ਜਾਂਦੀ ਹੈ ਅਤੇ ਮਰੀਜ਼ ਨੂੰ ਉਸ ਵੇਲੇ ਫਰਕ ਪਾ ਦਿੰਦੀ ਹੈ। ਅਕਸਰ ਲੋਕਾਂ ਦੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਹੋਮੋਪੈਥਿਕ ਦਵਾਈ ਜਿਹੜੀ ਹੈਗੀ ਉਹ ਲੰਬਾ ਸਮਾਂ ਇਲਾਜ ਦੇ ਨਾਲ ਦਵਾਈ ਇਹ ਲੱਗ ਜਾਂਦੀ, ਜਿੰਨਾ ਚਿਰ ਖਾਓ ਉਹਨਾਂ ਚਿਰ ਫਰਕ ਪੈਂਦਾ, ਜਦੋਂ ਛੱਡ ਦਿੰਦੇ ਕਿ ਫਿਰ ਉਸੇ ਤਰ੍ਹਾਂ ਹੀ ਬਿਮਾਰੀ ਹੋ ਜਾਂਦੀ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਹੈ? ਦੇਖੋ, ਇਹ ਭਰਮ ਹੈਗਾ ਕਿ ਦਵਾਈ ਜਿਹੜੀ ਜਿੰਨਾ ਲੰਬਾਤਾਰ ਇਹ ਖਾਈ ਜਾਣੀ ਹੈ। ਜਿਹੜੀ ਦਵਾਈ ਹੋਮੋਪੈਥੀ ਵਿੱਚ ਆਪਾਂ ਖਾਂਦੇ ਹਾਂ ਉਹ ਇੰਨਾ ਲੰਬਾ ਇਲਾਜ ਨਹੀਂ ਚੱਲਦਾ। ਉਹ ਨਿਰਭਰ ਕਰਦਾ ਹੈ ਕਿ ਕਿੰਨੀ ਪੁਰਾਣੀ ਬਿਮਾਰੀ ਹੈ। ਮੰਨ ਲਓ ਕਿਸੇ ਦੇ ਗੁਰਦੇ ਖਰਾਬ ਹੈਗੇ ਆ, ਉਹਨੂੰ ਅਸੀਂ ਦਵਾਈ ਦਿੰਦੇ ਹਾਂ, ਉਹ ਪਹਿਲੇ ਮਹੀਨੇ 'ਚ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ। ਉਹਦਾ ਕ੍ਰੀਟਿਨਿਨ ਲੈਵਲ, ਬਲੱਡ ਯੂਰੀਆ ਲੈਵਲ ਉਹ ਨੋਰਮਲ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ BP ਦਾ ਇਲਾਜ ਹੈ, ਇਸੇ ਤਰ੍ਹਾਂ ਟਿਊਮਰ ਦਾ ਇਲਾਜ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡਾ 6 ਮਹੀਨਿਆਂ ਬਾਅਦ ਫਰਕ ਪਏਗਾ। ਦਵਾਈ ਉਹੀ ਸਹੀ ਹੈ ਜਿਹੜੇ ਦੂਜੇ ਚੌਥੇ ਦਿਨ ਫਰਕ ਪਾ ਦੇਵੇ। ਪਰਹੇਜ਼ ਕਿਹੜੇ ਜ਼ਰੂਰੀ ਹੁੰਦੇ ਆ ਜੀ ਹੋਮੋਪੈਥਿਕ ਦੇ ਵਿੱਚ? ਕਿਉਂਕਿ ਪਰਹੇਜ਼ ਹੀ ਮੇਨ ਗੱਲ ਹੁੰਦੀ ਹੈ, ਚਾਹੇ ਛੋਟੀ ਬਿਮਾਰੀ ਹੋਵੇ ਵੱਡੀ ਬਿਮਾਰੀ ਹੋਵੇ। ਜੇ ਆਪਾਂ ਪਰਹੇਜ਼ ਨਹੀਂ ਕਰਾਂਗੇ ਤਾਂ ਫਰਕ ਕਿਸ ਤਰ੍ਹਾਂ ਪਏਗਾ? ਹੋਮੋਪੈਥਿਕ ਦੇ ਕਿਹੜੇ ਪਰਹੇਜ਼ ਹੈਗੇ? ਜੇ ਮੈਂ ਗੱਲ ਕਰਾਂ ਅਕਸਰ ਤੇ ਇੱਕ ਧਾਰਨਾ ਹੋਰ ਵੀ ਲੋਕਾਂ ਦੀ ਬਣੀ ਵੀ ਹੈ ਕਿ ਕੱਚਾ ਪਿਆਜ਼ ਜਿਹੜਾ ਹੈਗਾ ਆ ਉਹਦੇ ਨਾਲ ਜਾਂ ਅੰਬ ਦਾ ਅਚਾਰ ਦੇ ਨਾਲ ਹੋਮੋਪੈਥਿਕ ਕੱਟੀ ਜਾਂਦੀ ਦਵਾਈ, ਚਾਹੇ ਜਿੰਨੀ ਮਰਜ਼ੀ ਸਟਰੋਂਗ ਲੈ ਲਓ। ਇਹ ਕਿੰਨੀ ਕੁ ਸੱਚਾਈ ਦੇ ਬਾਰੇ ਥੋੜ੍ਹਾ ਦੱਸ ਦਿਓ। ਦੇਖੋ ਜੀ, ਇਹੋ ਜਿਹਾ ਹੋਮੋਪੈਥੀ ਇਲਾਜ ਦੇ ਵਿੱਚ ਕੋਈ ਪਰਹੇਜ਼ ਨਹੀਂ ਹੈ। ਪਰਹੇਜ਼ ਸਿਰਫ ਉਹ ਹੈਗਾ ਕਿ ਜਿਹੜੇ ਕਿ ਬਿਮਾਰੀ ਨਾਲ ਰਿਲੇਟਿਡ ਹੋਵੇ। ਕਿਸੇ ਦਾ ਗਲਾ ਖਰਾਬ ਹੁੰਦਾ ਹੈ, ਅਚਾਰ ਖਾਣ ਨਾਲ ਉਹਨੂੰ ਪਰਹੇਜ਼ ਦੱਸਿਆ ਜਾਂਦਾ, ਅਚਾਰ ਨਹੀਂ ਖਾਣੀ ਹੈ। ਦਵਾਈ ਨਾਲ ਕੋਈ ਪਰਹੇਜ਼ ਨਹੀਂ ਹੁੰਦਾ। ਇਹ ਦਵਾਈ ਐਸੀ ਹੈਗੀ ਹੈ ਜਿਹੜੀ ਕਿ ਤੁਸੀਂ ਜਿਵੇਂ ਆਮ ਖਾਣੇ ਦੇ ਨਾਲ ਵੀ ਖਾ ਸਕਦੇ ਜੇ, ਵੀ ਓਨਾ ਹੀ ਅਸਰ ਕਰੇਗੀ ਜੇ ਖਾਣੇ ਤੋਂ ਬਾਅਦ ਲਓਗੇ। ਇਸ ਕਰਕੇ ਕਿਸੇ ਤਰ੍ਹਾਂ ਦਾ ਭਰਮ ਨਹੀਂ ਰੱਖਣਾ ਚਾਹੀਦਾ ਕਿ ਹੋਮੋਪੈਥੀ ਵਿੱਚ ਕੋਈ ਕੱਚੇ ਪਿਆਜ਼ ਦਾ, ਕੋਈ ਸੌਂਫ ਦਾ, ਕੋਈ ਇਲਾਚੀ ਦਾ, ਕੋਈ ਹੋਰ ਖੁਸ਼ਬੂ ਵਾਲੀ ਚੀਜ਼ਾਂ ਦਾ ਇਲਾਜ ਹੈ। ਉਹ ਇੱਕ ਭਰਮ ਨੇ।
ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਲੰਬੇ ਸਮੇਂ ਤੋਂ ਤੁਸੀਂ ਇਸ ਹੋਮੋਪੈਥਿਕ ਦੇ ਨਾਲ ਜੁੜੇ ਹੋਏ ਹੋ, ਤਕਰੀਬਨ ਤੁਸੀਂ ਵੱਡੀ ਬਿਮਾਰੀ ਦਾ ਇਲਾਜ ਵੀ ਕੀਤਾ ਹੋਊਗਾ। ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਕਈ ਬਿਮਾਰੀਆਂ ਇਹੋ ਨਹੀਂ ਹੁੰਦੀਆਂ ਜਿਨ੍ਹਾਂ ਦਾ ਇਲਾਜ ਸੰਭਵ ਹੀ ਨਹੀਂ ਹੁੰਦਾ। ਆਪਾਂ ਹੋਰ ਕਿਸੇ ਪਾਸੇ ਐਲੋਪੈਥੀ ਦੀ ਗੱਲ ਕਰੀਏ ਜਾਂ ਕਈ ਲੋਕ ਨਿਰਾਸ਼ ਹੋ ਜਾਂਦੇ ਕਿ ਕੀ ਤੁਸੀਂ ਆਪਣੀ ਜ਼ਿੰਦਗੀ ਦੇ ਇਹੋ ਜਿਹਾ ਤਜਰਬਾ, ਇਹੋ ਜਿਹਾ ਐਕਸਪੀਰੀਅੰਸ ਸਿੱਖਿਆ ਜਿਹਦੇ ਵਿੱਚ ਤੁਸੀਂ ਇਹੋ ਜਿਹੀ ਬਿਮਾਰੀ ਦਾ ਇਲਾਜ ਕੀਤਾ ਹੋ ਜਿਹਦਾ ਸੰਭਵ ਹੈ ਹੀ ਨਹੀਂ ਸੀ ਕਿਸੇ ਹੋਰ? ਦੇਖੋ, ਮੈਂ MD ਹੋਮੋਪੈਥੀ 'ਚ ਕੀਤਿਆਂ ਨੂੰ ਮੈਨੂੰ 30-32 ਸਾਲ ਹੋ ਗਏ ਨੇ। ਮੇਰਾ ਇਹ ਤਜਰਬਾ ਹੈਗਾ ਕਿ ਕੈਂਸਰ ਵੀ ਇਹਦੇ ਨਾਲ ਠੀਕ ਹੋ ਜਾਂਦਾ ਹੈ। ਮੈਂ ਕਈ ਕੈਂਸਰ ਦੇ ਮਰੀਜ਼ ਠੀਕ ਵੀ ਕੀਤੇ ਨੇ। ਲੇਡੀਜ਼ ਨੂੰ ਜਿਹੜੀਆਂ ਰਸੌਲੀਆਂ ਹੁੰਦੀਆਂ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀਆਂ। ਇੱਥੋਂ ਤੱਕ ਕਿ ਕਈ ਲੇਡੀਜ਼ ਦੇ ਘਰ ਸੰਤਾਨ ਨਹੀਂ ਹੁੰਦੀ, ਅਸੀਂ ਉਹ ਵੀ ਦਵਾਈ ਦਿੰਦੇ ਹਾਂ ਕਿ ਉਹ ਲੇਡੀਜ਼ ਘਰ ਸੰਤਾਨ ਹੋ ਜਾਂਦੀ ਹੈ। ਇਹ ਬਿਮਾਰੀਆਂ ਜਿਹੜੀਆਂ ਹੁੰਦੀਆਂ ਨਾ, ਇਹ ਹਾਰਮੋਨਲ ਹੁੰਦੀਆਂ। ਐਲੋਪੈਥੀ 'ਚ ਕੀ ਹੈ, ਉਹ ਹਾਰਮੋਨ ਦਿੰਦੇ ਨੇ, ਉਹਦੇ ਨਾਲ ਉਹਨੂੰ ਟਾਈਮ ਪਾਸ ਹੋ ਜਾਂਦਾ ਹੈ। ਸਾਡੇ 'ਚ ਕੀ ਹੈ, ਅਸੀਂ ਅੰਦਰੋਂ ਹੀ ਦਵਾਈ ਦੇ ਕੇ ਅੰਦਰੋਂ ਹੀ ਹਾਰਮੋਨ ਅਸੀਂ ਪੈਦਾ ਕਰ ਦਿੰਦੇ ਹਾਂ। ਉਹ ਕੁਦਰਤੀ ਤਰੀਕੇ 'ਤੇ ਮਰੀਜ਼ ਠੀਕ ਹੋ ਜਾਂਦਾ। ਮਤਲਬ ਅਕਸਰ ਤੇ ਗੱਲ ਬਣੀ ਹੁੰਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਬੱਚੇ ਦੀ ਗੱਲ ਕਰਦੇ ਪਏ ਹੋ, ਕਿਸੇ ਦੇ ਘਰ ਬੱਚਾ ਨਹੀਂ ਹੁੰਦਾ ਤਾਂ ਤੁਸੀਂ ਉਹ ਇਲਾਜ ਦਵਾਈ ਮਤਲਬ ਤੁਸੀਂ ਬਿਮਾਰੀ ਦਾ ਇਲਾਜ ਕਰਦੇ ਹੈਗੇ ਹੋ, ਕਿਉਂਕਿ ਇਹ ਤਾਂ ਕੁਦਰਤੀ ਦੇਣ ਹੈਗੀ ਨਾ, ਪਰਮਾਤਮਾ ਘਰ ਜਿਹੜਾ ਜੀ ਹੋਣਾ ਕਿਸੇ ਦੇ ਘਰ ਵਿੱਚ ਹੋਣਾ। ਲੇਕਿਨ ਤੁਸੀਂ ਕੋਈ ਸਿੰਪਟਮ ਚਾਹੇ ਰਸੋਲੀਆਂ ਹੋਣ ਜਾਂ ਜੂਟਰਸ ਵਿੱਚ ਕੋਈ ਪ੍ਰੋਬਲਮ ਹੋਵੇ, ਤੁਸੀਂ ਉਸ ਪ੍ਰੋਬਲਮ ਨੂੰ ਠੀਕ ਕਰਦੇ ਹੋ। ਉਸ ਤੋਂ ਬਾਅਦ ਜਿਹੜਾ ਉਹਦੇ ਘਰ ਵਿੱਚ ਬੱਚਾ ਵਗੈਰਾ ਹੋ ਜਾਂਦਾ ਹੈ। ਹਾਂਜੀ ਹਾਂਜੀ, ਅਸੀਂ ਬਿਮਾਰੀ ਦਾ ਇਲਾਜ ਕਰਦੇ ਹਾਂ। ਜਦੋਂ ਬਿਮਾਰੀ ਠੀਕ ਹੋ ਜਾਂਦੀ ਹੈ, ਨੈਚੁਰਲੀ ਕੁਦਰਤ ਉਹਦੀ ਸਹਾਇਤਾ ਕਰਦੀ ਹੈ। ਫਿਰ ਕੁਦਰਤੀ ਉਹਨੂੰ ਹਰ ਚੀਜ਼ ਔਲਾਦ ਵੀ ਹੋ ਜਾਂਦੀ ਹੈ, ਕੁਦਰਤੀ ਹਰ ਚੀਜ਼ ਠੀਕ ਹੋ ਜਾਂਦੀ ਹੈ, ਉਹਦੀ ਬਾਡੀ ਬਿਲਕੁਲ ਫਿੱਟ ਹੋ ਜਾਂਦੀ ਹੈ, ਮਰੀਜ਼ ਜਿਹੜਾ ਹੈਗਾ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ। ਮਤਲਬ ਅਸੀਂ ਇਹ ਵੀ ਕਹਿ ਸਕਦੇ ਗਏ ਕਿ ਹੋਮੋਪੈਥੀ ਵਿੱਚ ਜਨਾਨਾ ਰੋਗਾਂ ਨੂੰ ਹੋਵੇ, ਚਾਹੇ ਉਹ ਜੈਂਟਸ ਰੋਗ ਹੋਣ, ਚਾਹੇ ਲੇਡੀਜ਼ ਰੋਗ, ਸਾਰੇ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਗਏ ਉਹ ਇਲਾਜ ਜੇ ਸਹੀ ਤਰੀਕੇ ਨਾਲ ਆਪਾਂ ਕਰਵਾਈਏ, ਰੈਗੂਲਰ ਕਰਾਈਏ ਤਾਂ ਆਪਾਂ ਉਹ ਸੰਭਵ ਹੈਗਾ। ਦੇਖੋ, ਜੋ ਮੇਰਾ ਤਜਰਬਾ ਹੈਗਾ, ਜਿਵੇਂ ਕਿ ਹਰਨੀਆਂ ਹੋਇਆ, ਗਦੂਦਾਂ ਦਾ ਇਲਾਜ ਹੋਇਆ, ਇਹ ਆਮ ਆਪਰੇਸ਼ਨ ਨਾਲ ਕਰਦੇ ਨੇ। ਹੋਮੋਪੈਥੀ ਦਵਾਈਆਂ ਇਸ ਕੰਮ ਵਿੱਚ ਬਹੁਤ ਹੀ ਕਾਰਗਰ ਨੇ, ਬਹੁਤ ਜਲਦੀ ਠੀਕ ਕਰ ਦਿੰਦੀਆਂ ਨੇ। ਇਹਦੇ ਵਿੱਚ ਲਗਭਗ ਕੋਈ 6 ਮਹੀਨੇ ਤੋਂ ਲੈ ਕੇ ਸਾਲ ਤੱਕ ਦਾ ਇਲਾਜ ਹੁੰਦਾ ਹੈ। ਉਹਦੇ ਨਾਲ ਮਰੀਜ਼ ਪੱਕੇ ਤੌਰ 'ਤੇ ਠੀਕ ਹੋ ਜਾਂਦਾ ਹੈ, ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ। ਇਸ ਕਰਕੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਹੋਮੋਪੈਥੀ 'ਤੇ ਭਰੋਸਾ ਕਰਨਾ ਚਾਹੀਦਾ ਹੈ, ਕਿਉਂਕਿ ਇਹਦਾ ਸਾਈਡ ਇਫੈਕਟ ਵੀ ਕੋਈ ਨਹੀਂ। ਜੇ ਮੰਨ ਲਓ ਕੋਈ ਡਾਕਟਰ ਗਲਤੀ ਨਾਲ ਕੋਈ ਗਲਤ ਦਵਾਈ ਦੇ ਵੀ ਦਿੰਦਾ ਹੈ, ਇਹਦਾ ਫਿਰ ਵੀ ਕੋਈ ਸਾਈਡ ਇਫੈਕਟ ਨਹੀਂ। ਸਿਰਫ ਇਹਦੇ ਵਿੱਚ ਜਿਹੜੀਆਂ ਇੱਕ ਚੀਜ਼ ਹੈਗੀ ਹੈ ਕਿ ਜਿਹੜੀਆਂ ਅਸੀਂ ਹਾਈ ਪੋਟੈਂਸੀ ਦੀਆਂ ਦਵਾਈਆਂ ਹੈਗੀਆਂ, ਜਿਵੇਂ 1 ਲੱਖ ਪੋਟੈਂਸੀ ਦੀ, 10 ਲੱਖ ਪੋਟੈਂਸੀ ਦੀ ਦਵਾਈ, ਉਹ ਬਿਨਾਂ ਸੋਚ ਸਮਝ ਤੋਂ ਕਿਸੇ ਹੋਮੋਪੈਥੀ ਡਾਕਟਰ ਨੂੰ ਨਹੀਂ ਦੇਣੀ ਚਾਹੀਦੀ। ਉਹਨਾਂ ਦੇ ਸਾਈਡ ਇਫੈਕਟ ਨੇ। ਨਾ ਹੀ ਕਿਸੇ ਮਰੀਜ਼ ਨੂੰ 1 ml 10 ml ਇਹ ਦਵਾਈਆਂ ਬਿਨਾਂ ਡਾਕਟਰ ਦੀ ਐਡਵਾਈਸ ਤੋਂ ਲੈਣੀਆਂ ਚਾਹੀਦੀਆਂ। ਡਾਕਟਰ ਦੀ ਐਡਵਾਈਸ ਇਹਨਾਂ ਦਵਾਈਆਂ 'ਚ ਬਹੁਤ ਹੀ ਜ਼ਰੂਰੀ ਹੈ। ਉਹਦਾ ਦੇ ਸਾਈਡ ਇਫੈਕਟ ਵੀ ਨੇ, ਫਿਰ ਜਿਹੜੇ ਸਾਈਡ ਇਫੈਕਟ ਹੁੰਦੇ ਨੇ ਫਿਰ ਉਹ ਵਾਪਸ ਵੀ ਨਹੀਂ ਆਉਂਦੇ। ਇਸ ਕਰਕੇ ਵਿਦਾਊਟ ਡਾਕਟਰ ਕੰਸਲਟੇਸ਼ਨ ਕੋਈ ਵੀ ਹਾਈ ਪੋਟੈਂਸੀ ਦੀ ਹੋਮੋਪੈਥਿਕ ਦਵਾਈ ਨਹੀਂ ਯੂਜ਼ ਕਰਨੀ ਚਾਹੀਦੀ। ਜੇ ਡਾਕਟਰ ਸਾਹਿਬ ਗੱਲ ਕਰੀਏ ਕਿ ਤਕਰੀਬਨ ਸਦੀਆਂ ਤੋਂ ਜਿਹੜਾ ਇਲਾਜ ਹੈ ਹੋਮੋਪੈਥਿਕ ਨਾਲ ਤੁਸੀਂ ਵੀ ਕਰਦੇ ਆਏ ਹੋ, ਵੱਡੇ ਸਾਡੇ ਬਜ਼ੁਰਗ ਵੀ ਕਰਦੇ ਆਏ ਆ, ਲੇਕਿਨ ਲੋਕ ਕਿਉਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਦੂਰੀ ਬਣਾ ਕੇ ਰੱਖੀ ਹੋਈ ਆ, ਐਲੋਪੈਥੀ ਵੱਲ ਕਿਉਂ ਜਾਂਦੇ ਨੇ? ਕਿਉਂਕਿ ਹੋਮੋਪੈਥਿਕ ਵਿੱਚ ਤੇ ਐਡਾ ਵਧੀਆ ਇਲਾਜ ਹਰੇਕ ਬਿਮਾਰੀ ਦਾ ਹੈਗਾ ਆ, ਤੇ ਲੋਕ ਕਿਉਂ ਇਸ ਪਾਸੇ ਘੱਟ ਹੁੰਦੇ ਗਏ ਨੇ? ਖੁਦ ਦਾ ਤਜਰਬਾ ਤੁਹਾਡਾ ਕੀ ਹੈ, ਕੀ ਤੁਹਾਨੂੰ ਲੱਗਦਾ ਇਸ ਪਾਸੇ? ਦੇਖੋ, ਜਿਹੜੀ ਐਲੋਪੈਥੀ ਹੈ ਨਾ, ਜੋ ਮੈਂ ਸਮਝਦਾ, ਉਹ ਇੱਕ ਐਮਰਜੈਂਸੀ ਮੈਡੀਸਨ ਹੈ। ਐਮਰਜੈਂਸੀ ਵੇਲੇ ਐਲੋਪੈਥੀ ਬਹੁਤ ਹੀ ਕਾਰਗਰ ਹੈ, ਉਹ ਤੁਰੰਤ ਅਸਰ ਕਰਦੀ ਹੈ। ਕਿਉਂਕਿ ਹੋਮੋਪੈਥੀ ਦੇ ਵਿੱਚ ਅੱਛੀ ਤੋਂ ਅੱਛੀ ਦਵਾਈ ਵੀ 1-2 ਦਿਨ ਲੈ ਲੈਂਦੀ ਹੈ, ਉਹ ਐਮਰਜੈਂਸੀ ਕਵਰ ਕਰਨ ਵਿੱਚ ਕੁਝ ਥੋੜ੍ਹਾ ਟਾਈਮ ਲੈਂਦੀ ਹੈ। ਇਸ ਕਰਕੇ ਮਰੀਜ਼ ਜਿਹੜੇ ਘਬਰਾ ਜਾਂਦੇ ਨੇ ਉਹ ਫਿਰ ਐਲੋਪੈਥੀ ਵੱਲ ਭੱਜ ਜਾਂਦੇ ਨੇ। ਬਲਕਿ ਜੇ ਥੋੜ੍ਹਾ ਜਿਹਾ ਵੇਟ ਕਰਨ 1-2 ਦਿਨ, ਤਾਂ ਹੋਮੋਪੈਥੀ ਵੀ ਐਮਰਜੈਂਸੀ ਕਵਰ ਕਰ ਸਕਦੇ। ਡਾਕਟਰ ਸਾਹਿਬ, ਅੱਜ ਜਿਹੜਾ ਕੈਂਪ ਲੱਗਾ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਲਵਾਇਆ ਗਿਆ ਹੈਗਾ, ਤੁਸੀਂ ਇੱਥੇ ਆਏ ਹੋ ਬਾਲਾਜੀ ਮੰਦਿਰ ਦੇ ਵਿੱਚ, ਹੈ ਨਾ, ਤੇ ਕਿਵੇਂ ਦਾ ਫਿਰ ਤੁਹਾਡਾ ਕੈਂਪ ਚੱਲਦਾ ਪਿਆ ਹੈਗਾ ਆ? ਕਿਸ ਤਰ੍ਹਾਂ ਦਾ ਤੁਹਾਨੂੰ ਤਜਰਬਾ ਮਿਲਦਾ ਪਿਆ? ਕਿਉਂਕਿ ਕੈਂਪ ਦੇ ਵਿੱਚ ਤੇ ਅਕਸਰ ਹਰੇਕ ਨੂੰ ਸਿੱਖਣ ਨੂੰ ਮਿਲਦਾ, ਚਾਹੇ ਕੋਈ ਡਾਕਟਰ ਹੋਏ, ਚਾਹੇ ਕੋਈ ਜੂਨੀਅਰ ਹੋਏ, ਚਾਹੇ ਕੋਈ ਮੈਂ ਵੀ ਹੋਵਾਂ, ਹੈ ਨਾ, ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਣੇ ਆ, ਅਲੱਗ-ਅਲੱਗ ਤਰ੍ਹਾਂ ਦੀ ਗੱਲਾਂ ਹੋਣੀਆਂ, ਮੈਡੀਸਿਨ ਹੋਣੀ। ਫਿਰ ਕਿਸ ਤਰ੍ਹਾਂ ਦਾ ਤੁਹਾਡਾ ਫਿਰ ਉਹ ਐਕਸਪੀਰੀਅੰਸ ਚੱਲਣ ਦਿਆ ਕਿ ਜਾਂ ਤੁਹਾਡੇ ਤੁਸੀਂ ਕਹਿ ਸਕਦੇ ਹੋ ਕੋਈ ਜਿਹੜਾ ਜਿਹੜੇ ਮਰੀਜ਼ ਆ ਰਹੇ ਆ, ਕਿਸ ਤਰ੍ਹਾਂ ਦਾ ਫਿਰ ਕਿੰਨੇ ਕੁ ਆ ਰਹੇ ਆ ਜੀ? ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਲਗਾਇਆ ਗਿਆ ਕੈਂਪ, ਹੋਮੋਪੈਥੀ ਦਾ ਕੈਂਪ ਜਿਹੜਾ ਲਗਾਇਆ ਗਿਆ ਇਹਨਾਂ ਨੇ, ਇਹਦਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਮੇਰਾ।
ਕਿਉਂਕਿ ਇਹਨਾਂ ਨੇ ਇਹ ਕੈਂਪ ਸੇਵਾ ਭਾਵ ਨਾਲ ਲਾਇਆ। ਇਹ ਲੋਕਾਂ ਦੀ ਸੇਵਾ ਵਾਸਤੇ ਕੈਂਪ ਲਾਉਂਦੇ ਨੇ। ਮੈਂ ਤਾਂ ਇਹਨਾਂ ਨੂੰ ਫਿਰ ਅਪੀਲ ਕਰਦਾ ਕਿ ਹੋਮੋਪੈਥੀ ਦੇ ਕੈਂਪ ਵੱਧ ਤੋਂ ਵੱਧ ਲੱਗਣੇ ਚਾਹੀਦੇ ਹੈ। ਉਹਦੇ ਨਾਲ ਕੀ ਹੈ, ਲੋਕਾਂ 'ਚ ਹੋਮੋਪੈਥੀ ਬਾਰੇ ਜਾਗਰੂਕਤਾ ਆਉਂਦੀ ਹੈ, ਉਹਨਾਂ ਨੂੰ ਪਤਾ ਲੱਗਦਾ ਕਿ ਹੋਮੋਪੈਥੀ ਹੈ ਕੀ ਹੈ। ਇੱਕ ਡਰ ਵੀ ਨਿਕਲਦਾ ਮਰੀਜ਼ਾਂ ਦਾ, ਜਿਹੜੇ ਕਿ ਡਾਕਟਰ ਕੋਲ ਜਾ ਕੇ ਫਿਰ ਉਹਨਾਂ ਨੂੰ ਫੀਸ ਖਰਚਣੀ ਪੈਂਦੀ ਹੈ, ਫਿਰ ਜਾ ਕੇ ਉਹਨਾਂ ਨੂੰ ਦਿਖਾਉਣਾ ਪੈਂਦਾ ਹੈ। ਇੱਥੇ ਬਿਲਕੁਲ ਫ੍ਰੀ ਦੇਖਿਆ ਜਾਂਦਾ। ਫ੍ਰੀ ਦੇਖਣ ਦੇ ਨਾਲ ਮਰੀਜ਼ ਆਪਣੀ ਗੱਲ ਵੀ ਪੂਰੀ ਕਰ ਪਾਉਂਦਾ ਹੈ, ਦਵਾਈ ਵੀ ਫ੍ਰੀ ਮਿਲਦੀ ਹੈ। ਉਹਦੇ ਨਾਲ ਮਰੀਜ਼ਾਂ ਨੂੰ ਫਾਇਦਾ ਹੋਣ ਦੇ ਚਾਂਸ ਵੱਧ ਜਾਂਦੇ। ਹੋਮੋਪੈਥਿਕ ਦੀ ਆਪਾਂ ਗੱਲ ਕਰੀਏ ਤਾਂ ਹੋਮੋਪੈਥਿਕ ਦੀ ਦਵਾਈ ਮੈਡੀਸਿਨ ਖਾਂਦੇ ਆ ਕਿ ਜੋ ਡਾਕਟਰ ਵੱਲੋਂ ਪਰਹੇਜ਼ ਦੱਸੇ ਜਾਂਦੇ ਆ, ਉਹਦਾ ਖਾਸ ਤੌਰ ਤੇ ਪਰਹੇਜ਼ ਕੀਤਾ ਜਾਵੇ ਤਾਂ ਕਿ ਜਿਸ ਬਿਮਾਰੀ ਨਾਲ ਅਸੀਂ ਗ੍ਰਸਤ ਹੈਗੇ ਆ ਉਹ ਬਿਮਾਰੀ ਜਲਦ ਤੋਂ ਜਲਦ ਸਾਡੇ ਸਰੀਰ ਤੋਂ ਨਿਕਲ ਕੇ ਸਾਨੂੰ ਉਸ ਬਿਮਾਰੀ ਤੋਂ ਨਿਜਾਤ ਮਿਲੇ। ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀ ਰਿਪੋਰਟ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।